ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਦਰਸ਼ਕਾਂ ਦਾ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਖਾਸ ਪ੍ਰੋਗਰਾਮ 'ਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਲੱਗੇ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜੋ ਕਿ ਤੁਹਾਡੀ ਤਨ ਦੀ ਤੰਦਰੁਸਤੀ ਦੇ ਨਾਲ ਨਾਲ ਤੁਹਾਡੀ ਮਨ ਦੀ ਤੰਦਰੁਸਤੀ ਦੇ ਲਈ ਵੀ ਬੜੇ ਲੰਬੇ ਸਮੇਂ ਤੋਂ ਆਪਣਾ ਕਲੀਨਿਕ ਚਲਾ ਰਹੇ ਨੇ। ਡਾਕਟਰ ਮਨਜੀਤ ਕੌਰ ਯੂਨਾਈਟਿਡ ਕਿੰਗਡਮ ਤੋਂ, ਅਤੇ ਉਹ ਜਿੱਥੇ ਹੋਲਿਸਟਿਕ ਹੀਲਰ ਹਨ ਉੱਥੇ ਨਾਲ ਦੀ ਨਾਲ ਤੁਹਾਨੂੰ ਬਹੁਤ ਸਾਰੀਆਂ ਵਿਧਾਵਾਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਤੁਹਾਡਾ ਇਲਾਜ ਜਿੱਥੇ ਕਰਦੇ ਨੇ ਤੁਹਾਡੇ ਤੰਦਰੁਸਤੀ ਦੇ ਲਈ। ਉੱਥੇ ਡਾਈਟ ਦੇ ਨਾਲ ਸੰਬੰਧਿਤ ਉਹਨਾਂ ਦੇ ਬਹੁਤ ਸਾਰੇ ਜਿਹੜੇ ਟੀਵੀ ਪ੍ਰੋਗਰਾਮ ਨੇ, ਕੁਕਰੀ ਦੇ ਸ਼ੋਅ ਜਿਹੜੇ ਹਨ ਜੀ ਉਹ ਆਲ ਅਕ੍ਰੋਸ ਵਰਲਡ ਜਿਹੜੇ ਹਨ ਜੀ ਉਹ ਪਿਛਲੇ ਸਮਿਆਂ ਦੇ ਦੌਰਾਨ ਬ੍ਰਾਡਕਾਸਟ ਹੋਏ ਨੇ, ਔਰ ਅੱਜ ਕੱਲ੍ਹ ਵੀ ਉਹ ਰੇਡੀਓ ਅਤੇ ਟੀਵੀ ਦੇ ਨਾਲ ਨਾਲ ਐਜ਼ ਅ ਮੋਟੀਵੇਸ਼ਨਲ ਸਪੀਕਰ ਇੱਕ ਦੇ ਤੌਰ ਦੇ ਉੱਤੇ ਅਤੇ ਨਾਲ ਦੀ ਨਾਲ ਇੱਕ ਆਥਰ ਦੇ ਤੌਰ ਦੇ ਉੱਤੇ ਵੀ ਸਾਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ। ਸੋ ਅੱਜ ਦੀ ਮੁਲਾਕਾਤ ਦੇ ਵਿੱਚ ਮੈਂ ਡਾਕਟਰ ਮਨਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਹੈਲੋ ਕੈਨੇਡਾ ਦੇ ਦਰਸ਼ਕਾਂ ਦੀ ਇਸ ਜਿਹੜੀ ਇਨਵੀਟੇਸ਼ਨ ਐਕਸੈਪਟ ਕੀਤਾ। ਵੈਲਕਮ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੇਜਰ ਸਾਹਿਬ ਤੁਹਾਡਾ ਅਤੀ ਧੰਨਵਾਦ, ਤੁਸੀਂ ਆਪਣਾ ਕੀਮਤੀ ਟਾਈਮ ਦੇ ਰਹੇ ਹੋ for my humble presence on this amazing Hello Canada TV show, and I hope I can inspire some vital information apne pyare listeners about their sehat, about kasrat और ਕਿਹੜੇ ਖਾਣੇ ਆਪਾਂ ਨੂੰ ਖਾਣੇ ਚਾਹੀਦੇ ਨੇ, ਕਿਹੜਾ ਤਰੀਕੇ ਨਾਲ ਹਾਈਡਰੇਟ ਕਰਨਾ ਚਾਹੀਦਾ ਆਪਣੇ ਸਰੀਰ ਨੂੰ, ਜਿਹਦੇ ਨਾਲ ਅਸੀਂ ਸਹੀ ਸਲਾਮਤ ਰਹਿ ਸਕੀਏ ਔਰ ਘੱਟ ਤੋਂ ਘੱਟ ਇਹ ਆਪਣਾ ਬੜਾ ਵੱਡਾ ਏਮ ਹੁੰਦਾ ਹਰ ਇੱਕ ਪ੍ਰੋਗਰਾਮ ਦੇ ਵਿੱਚ ਨਾ ਜੀ। ਡਾਕਟਰ ਸਾਹਿਬ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਸਾਨੂੰ ਬੜਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਆਪਣੀ ਸਿਹਤ ਦੀ, ਔਰ ਖਾਸ ਤੌਰ ਦੇ ਉੱਤੇ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਅੱਜ ਦੇ ਦਿਨ ਇੰਟਰਨੈਸ਼ਨਲੀ ਉਹ ਗਲੋਬਲ ਪੈਂਡੇਮਿਕ ਚੱਲ ਰਿਹਾ, ਜਿਹੜੀ ਮਹਾਮਾਰੀ ਦੇ ਕਰਕੇ ਕੋਵਿਡ-19 ਕਰਕੇ ਸਾਰੇ ਲੋਕ ਦੁਨੀਆ ਦਾ ਬਹੁਤਾਤ ਜਿਹੜੇ ਲੋਕ ਨੇ ਉਹ ਘਰਾਂ ਦੇ ਵਿੱਚ ਬੰਦ ਨੇ। ਅਤੇ ਜਦੋਂ ਲੋਕ ਘਰਾਂ 'ਚ ਬੰਦ ਹੁੰਦੇ ਨੇ, ਔਰ ਖਾਸ ਤੌਰ ਤੇ ਆਪਾਂ ਪੰਜਾਬੀ ਦੇ ਵਿੱਚ ਗੱਲ ਕਰ ਰਹੇ ਹਾਂ, ਸਾਡੇ ਪੰਜਾਬੀਆਂ ਦੇ ਲਈ ਜੇਕਰ ਮੈਂ ਸਿੱਧੀ ਗੱਲ ਕਰਾਂ ਤਾਂ ਅਸੀਂ ਖਾਣ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਹਾਂ। ਸਿਹਤ ਨੂੰ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਹੜੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਦਾ ਖਾਣ ਪੀਣ ਤੋਂ ਆਪਾਂ ਸ਼ੁਰੂ ਕਰ ਲੈਂਦੇ ਹਾਂ, ਜਿਸ ਦਾ ਧਿਆਨ ਰੱਖਣ ਦੀ ਲੋੜ ਹੈ? ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਜੀ ਉਹ ਬੜੇ ਸਟ੍ਰੈਸ ਦੇ ਵਿੱਚ ਵੀ ਹੋਣਗੇ, ਬੜੇ ਕਈਆਂ ਨੇ ਆਪਣੇ ਆਪ ਨੂੰ ਕੰਟਰੋਲ ਵੀ ਕਰ ਲਿਆ ਹੋਏਗਾ, ਇੱਕ ਨਵੇਂ ਲਾਈਫ ਸਟਾਈਲ ਵੀ ਅਖਤਿਆਰ ਕਰ ਲਏ ਹੋਣਗੇ। ਸੋ ਹੈਲਥੀ ਡਾਈਟ ਦੀ ਕਿੰਨੀ ਕੁ ਇੰਪੋਰਟੈਂਸ ਹੈ, ਫਿਰ ਆਪਾਂ ਸਿਹਤ ਦੀ ਤੇ ਫਿਰ ਆਪਾਂ ਮੈਂਟਲ ਜਿਹੜੇ ਸਟ੍ਰੈਸ ਹੈ ਉਹਨਾਂ ਦੀ ਗੱਲ ਕਰਾਂਗੇ। ਸੋ ਕੀ ਇੰਪੋਰਟੈਂਸ ਹੈ ਚੰਗੀ ਡਾਈਟ ਦੀ, ਔਰ ਕਿੱਦਾਂ ਦੀ ਡਾਈਟ ਖਾਣੀ ਚਾਹੀਦੀ ਹੈ ਜੀ? ਦੇਖੋ, ਆਪਾਂ ਇਸ ਸਰੀਰ ਦੇ ਪਹਿਰੇਦਾਰ ਹੈ। ਇੰਨਾ ਵਧੀਆ ਸਾਨੂੰ ਸਰੀਰ ਦਿੱਤਾ ਅਕਾਲ ਪੁਰਖ ਨੇ, ਔਰ ਇਹਦੇ ਉੱਪਰ ਆਪਣਾ ਧਿਆਨ ਕਰਨਾ ਔਰ ਇਹਦੀ ਪਰਵਿਸ਼ ਕਰਨੀ, ਜਿਸ ਤਰ੍ਹਾਂ ਆਪਾਂ ਕੋਈ ਘਰ ਵਿੱਚ ਕੋਈ ਪੈਟ ਰੱਖਦੇ ਹਾਂ ਉਹਦੀ ਵੀ ਆਪਾਂ ਪਰਵਿਸ਼ ਕਰਦੇ, ਪਰ ਆਪਾਂ ਆਪਣੀ ਸਰੀਰਿਕ ਦੀ ਪਰਵਿਸ਼ ਕਈ ਵਾਰੀ ਥੋੜੀ ਕੰਗੈਲੀ ਕਰ ਲੈਂਦੇ ਹਾਂ। ਐਂਡ ਆਈ ਥਿੰਕ ਇਸ ਪੈਂਡੈਮਿਕ ਦੇ ਵਿੱਚ ਕੁਛ ਨਾ ਕੁਛ ਕਾਫੀ ਲੋਕਾਂ ਨੂੰ ਇਸ ਵੇਲੇ ਅਹਿਸਾਸ ਹੋ ਰਿਹਾ ਕਿ ਓ ਮਾਈ ਗॉड, ਸਾਨੂੰ ਸਾਡੇ ਖੁਦ ਦੀ ਦੇਖਭਾਲ ਵੀ ਕਰਨੀ ਚਾਹੀਦੀ ਆ। ਆਪਾਂ ਇੱਕ ਇੰਨੀ ਜ਼ਿੰਦਗੀ ਦੀ ਦੌੜ ਦੇ ਵਿੱਚ ਲੱਗੇ ਹੋਏ ਸੀਗੇ ਔਰ ਮਾਇਆ ਦੇ ਮੋਹ ਦੇ ਵਿੱਚ ਕਿ ਆਪਾਂ ਖੁਦ ਭੁੱਲ ਜਾਂਦੇ ਸੀਗੇ ਕਿ ਘਰ ਦਾ ਕਈ ਵਾਰੀ ਭੋਜਨ ਬਣਾਇਆ ਔਰ ਥੋੜੇ ਟਾਈਮ 'ਚ ਬਣਾ ਕੇ ਖਾਣ ਦੇ ਵਿੱਚ ਵੀ ਬਹੁਤ ਸਾਨੂੰ ਫਾਇਦਾ ਹੁੰਦਾ ਹੈ ਕੰਪੇਅਰ ਟੂ ਫਾਸਟ ਫੂਡ, ਜਿਹੜਾ ਕਿ ਅਕ੍ਰੋਸ ਦ ਵਰਲਡ ਖਾਧਾ ਜਾਂਦਾ ਹੈ, ਜਿਹਦੀ ਨਿਊਟ੍ਰੀਸ਼ਨਲ ਵੈਲਿਊ ਘੱਟ ਹੁੰਦੀ ਹੈ। ਸੋ ਇਟਸ ਇੰਪੋਰਟੈਂਟ ਕਿ ਆਪਾਂ ਮਾਈਂਡ ਓਵਰ ਮੈਟਰ ਦੇਖੀਏ ਕਿ food and nutrition for every cell, every organ and every molecular level, cellular level ਤੇ ਸਾਨੂੰ ਸਾਡੇ ਸਰੀਰ ਨੂੰ ਸਹੀ ਖਾਣਾ ਪਰ ਸਹੀ ਤਰੀਕੇ ਨਾਲ ਪਕਾਇਆ ਜਾਵੇ, ਸਹੀ ਤਰੀਕੇ ਨਾਲ ਬੈਠ ਕੇ ਖਾਇਆ ਜਾਵੇ, ਔਰ ਮਨ ਦੀ ਜਿਹੜੀ ਸਹਿਨਸ਼ੀਲਤਾ ਨਾਲ, ਸ਼ਾਂਤੀ ਨਾਲ with a little bit of ਸਿਮਰਨ ਔਰ ਨਾਮ ਸਿਮਰਨ ਬੈਠ ਕੇ ਖਾਓ ਤੇ ਉਹ ਜ਼ਿਆਦਾ ਵਧੀਆ ਹੁੰਦਾ ਹੈ। But I think we have been such a society with food on the go, coffee on the go, breakfast on the go, ਔਰ ਇਸ ਦੌੜ ਦੇ ਵਿੱਚ ਆਪਾਂ ਚੱਲਦੇ ਰਹੇ ਸੀ till suddenly ਇਹ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਹਲਚਲ ਹੋਈ ਹੈ that we have now become more aware and vigilant, and ਕਾਫੀ ਮੈਂ ਪ੍ਰੋਗਰਾਮਸ ਕਰ ਚੁੱਕੀ ਹਾਂ, ਔਰ ਅੱਜ ਵੀ 4 ਵਜੇ ਮੇਰਾ ਇੱਕ ਰੇਡੀਓ ਸ਼ੋਅ ਹੋਣਾ ਆ ਜਿਹਦੇ ਵਿੱਚ ਆਪਾਂ ਜ਼ਿਕਰ ਕਰਨਾ ਕਿ ਹਾਈਡਰੇਸ਼ਨ ਔਰ ਪਾਣੀ ਪੀਣ ਦਾ ਕਿਉਂ ਇੰਨਾ ਜ਼ਿਆਦਾ ਲੋੜ ਹੈ ਸਾਡੇ ਸਰੀਰ ਵਾਸਤੇ, ਜਿਹਦੀ ਬਹੁਤ ਜ਼ਿਆਦਾ ਕਮੀ ਹੈ। ਕਿ ਮੇਜਰ ਸਾਹਿਬ 70% ਸਾਡੀ ਬੋਡੀ ਦਾ ਵੇਟ ਹੈਗਾ ਪਾਣੀ, ਔਰ ਅਸੀਂ ਪੀਂਦੇ ਆ ਰੋਟੀ ਦੇ ਨਾਲ, ਪਰ ਆਸ-ਪਾਸ ਜਿਹੜਾ ਪੀਣਾ ਚਾਹੀਦਾ ਸਵੇਰੇ ਵਕਤੇ ਸੇ ਉੱਠ ਕੇ, ਜਿਹੜਾ ਸਭ ਤੋਂ ਵਧੀਆ ਤੁਸੀਂ ਆਪਣੀ ਬੋਡੀ ਦੀ ਮਸ਼ੀਨਰੀ ਕਿਕ ਸਟਾਰਟ ਕਰਨੀ ਹੈ ਐਜ਼ ਇਟਸ ਵੇਕਿੰਗ ਅਪ ਫਰੋਮ ਇਟਸ 8 ਆਵਰ 12 ਆਵਰ ਫਾਸਟ। ਮੇਰਾ ਤਕਰੀਬਨ 14 ਆਵਰਸ ਫਾਸਟਿੰਗ ਹੁੰਦਾ, ਸੋ अर्ਲੀ ਡਿਨਰ
and then in the morning you break up your fast by actually having good quality water with the right amount of minerals, with probably lemon ਜੇ ਤੁਹਾਨੂੰ ਸੂਟ ਕਰਦਾ ਹੈ, ਇੱਕ ਨਿੰਬੂ ਦਾ ਜਿਹੜਾ ਰਸ ਕੱਢ ਕੇ ਉਹ ਪਾਣੀ ਚ ਪਾਓ, ਜਾਂ ਤੁਸੀਂ ਜੇ ਅਲਕਨਾਈਜ਼ ਕਰਨਾ ਤੇ ਸੋਡਾ ਬਾਈਕਾਰਬੋਨੇਟ about quarter to half a teaspoon ਤੱਕ ਵਧਾਈ ਜਾਓ in that water of the morning, ਜਾਂ raw apple cider vinegar. That is the first and the foremost kickstart that you should have, and ਉਹਦੇ ਉੱਪਰ ਧਿਆਨ ਕਰੋਗੇ at least 2 large glasses of water, and then about 40 minutes baad start on your breakfast. But I think we are so much cereal based and wheat based in our diet that we need to look at ਅਨੇ ਦੁਨੀਆ ਦੇ ਵਿੱਚ ਰੱਬ ਨੇ ਸਾਨੂੰ ਰੰਗ ਬਰੰਗੇ fruits and vegetables ਦਿੱਤੇ ਨੇ, that we forget that these are so important to be taken raw or in the state of being juiced. So I always in my shows and programs, koi bhi patient aanda apne kol, we do look at their diet and we do assess and try to find out ke ਇਹ ਬਿਮਾਰੀ ਸ਼ੁਰੂ ਕਿੱਦਾਂ ਹੋਈ ਮੇਜਰ ਸਾਹਿਬ. It could be through ਪਹਿਲੋਂ ਮਨ ਦੇ ਖਿਆਲ, and then it could be dietary, it could be emotional trauma, it could be lack of supplementation, it could be lack of good sleep and exercise. And all these things in a crystal ball make up that situation. So in between meals, not with meals. ਇਹ ਮੇਰਾ ਬੜਾ ਮੈਂ ਕਾਫੀ ਜ਼ਿਆਦਾ ਇੱਥੇ ਐਮਫਸਾਈਜ਼ ਕਰਦੀ ਹਾਂ ਕਿ ਖਾਣੇ ਦੇ ਨਾਲ ਪਾਣੀ ਨਾ ਲਓ, ਬਿਕੋਜ਼ ਉਹਦੇ ਨਾਲ ਤੁਹਾਡੇ ਡਾਈਜੈਸਟਿਵ ਐਂਜ਼ਾਈਮਸ ਡਾਇਲੂਟ ਹੋ ਜਾਂਦੇ ਨੇ ਔਰ ਪੇਟ ਉੱਪਰ weight ਵਧਣ ਦਾ ਜ਼ਿਆਦਾ ਤੁਹਾਨੂੰ ਸ਼ਿਕਾਇਤ ਹੋ ਸਕਦੀ ਹੈ. ਸੋ ਟਰਾਈ ਟੂ ਕੰਜ਼ਿਊਮ ਵਾਟਰ ਇਨ ਬਿਟਵੀਨ ਮੀਲਸ. ਬਟ ਜਿਹੜਾ ਪਾਣੀ ਤੁਸੀਂ ਸਵੇਰੇ ਪੀ ਲਿਆ, ਇਟਸ ਲਾਈਕ ਵੈਕਿਊਮਿੰਗ ਦ ਟੌਕਸਿਨਸ ਫਰਮ ਯਰ ਬੋਡੀ. The liver needs cleansing, the kidneys need cleansing, the bladder needs flushing out. And I can't emphasize enough the importance of drinking water and hydrating first thing in the morning. ਇੱਥੇ ਮੇਰਾ ਇੱਕ ਸਵਾਲ ਹੈ ਜੀ ਕਿ ਜਿਹੜਾ ਪਾਣੀ ਹੈ ਇਹ ਡਾਕਟਰ ਸਾਹਿਬ, ਪਾਣੀ ਕਈ ਵਾਰ ਲੋਕ ਇਹ ਕਹਿੰਦੇ ਨੇ ਕਿ ਕੋਸਾ ਪਾਣੀ, ਗਰਮ ਪਾਣੀ, ਜਾਂ ਤੁਸੀਂ ਕੀ ਕਹੋਗੇ ਕਿ ਲਿਊਕ ਵਾਰਮ, ਇਹ ਕਿੱਦਾਂ ਦਾ ਪਾਣੀ ਪੀਣਾ ਚਾਹੀਦਾ? ਬਹੁਤੇ ਲੋਕ ਕਹਿੰਦੇ ਨੇ ਗਰਮ ਪਾਣੀ ਪੀਣ ਨਾਲ ਤੁਹਾਡੀ ਚਰਬੀ ਜਿਹੜੀ ਹੈ ਜੀ ਉਹ ਘਟ ਜਾਂਦੀ ਹੈ. ਤੁਸੀਂ ਬੜੀ ਅੱਛੀ ਗੱਲ ਦੱਸੀ ਹੈ ਕਿ ਐਲਕਲਾਈਜ਼ ਕਰਨਾ ਜਿਹੜਾ ਪਾਣੀ ਨੂੰ ਬਹੁਤ ਜ਼ਰੂਰੀ ਹੈ. ਸੋ ਇਹ ਠੰਡਾ ਤੱਤਾ ਕੋਸਾ ਕਿੱਦਾਂ ਦਾ ਪਾਣੀ ਪੀਣਾ ਚਾਹੀਦਾ ਜੀ? ਜਿੱਦਾਂ ਦਾ ਵੀ ਤੁਹਾਨੂੰ ਸੂਟ ਕਰਦਾ. ਬਟ ਇਫ ਯੂ ਲੁੱਕ ਐਟ ਇਟ ਔਨ, ਜਦੋਂ ਤੁਸੀਂ ਠੰਡਾ ਪਾਣੀ ਪੀਂਦੇ ਹੋ, your stomach has to take so much energy to heat that water, to make that water warm before it passes through the system, so you burn out calories. So I'm not saying fridge da thanda pani, but room temperature water is good, but also lukewarm is fine. Warm or hot is fine as well. That's waking up the stomach and the enzymes that are waiting for food. So it really doesn't matter which kind you drink, but the best one is lukewarm. ਬਹੁਤ ਅੱਛੇ ਜੀ, ਬਹੁਤ ਅੱਛੇ. ਸੋ ਤੁਸੀਂ ਸਾਡੇ ਜਿਹੜੇ ਆਪਣੇ ਖਾਣ ਪੀਣ ਦੀ ਜਿਹੜੀ ਗੱਲ ਹੈ ਜੀ, ਸਵੇਰ ਤੋਂ ਹੀ ਜਿਹੜੀ ਸਾਡੀ ਡਾਈਟ ਹੈ, ਸਪੈਸ਼ਲੀ ਜਦੋਂ ਸਾਰਾ ਪਰਿਵਾਰ ਘਰਾਂ 'ਚ ਰਹਿ ਰਿਹਾ, ਤਾਂ ਅਸੀਂ ਇਹ ਸੋਚਦੇ ਹਾਂ, ਦੇਖਦੇ ਹਾਂ ਘਰਾਂ ਦੇ ਵਿੱਚ ਜਦੋਂ ਗੱਲ ਚੱਲਦੀ ਹੈ, ਕਿਸੇ ਨੂੰ ਫੋਨ ਕਰੀਦਾ ਕਿ ਅੱਜ ਪਰੌਂਠੇ ਬਣੇ ਨੇ, ਅੱਜ ਪਕੌੜੇ ਬਣੇ ਨੇ, ਅੱਜ ਮਾਲਪੂੜੇ ਬਣੇ ਨੇ. ਸੋ ਇਹ ਜਿਹੜੀਆਂ ਤਲੀਆਂ ਹੋਈਆਂ ਚੀਜ਼ਾਂ ਨੇ ਜੀ, ਮੇਰਾ ਸਿੱਧਾ ਸਵਾਲ, ਜਿਹੜੀਆਂ ਫਰਾਈਡ ਜਿਹੜੀਆਂ ਆਈਟਮਸ ਨੇ ਸਾਡੇ ਘਰਾਂ 'ਚ ਬਣਦੀਆਂ ਨੇ, ਪੰਜਾਬੀਆਂ ਦੇ ਰਿਚ ਜਿਹੜਾ ਫੂਡ ਤੇ ਡਾਈਟ ਹੈ ਸਾਡੀ ਬੜੀ ਰਿਚ ਹੁੰਦੀ ਹੈ, ਇਨ ਸੋ ਮੈਨੀ ਫੈਟ ਕਹਿ ਲਓ, ਉਹਦੇ 'ਚ ਬਹੁਤ ਜ਼ਿਆਦਾ ਹੁੰਦੇ ਨੇ. ਇਹਦੇ ਬਾਰੇ ਦੱਸੋ ਕਿ ਕਿੰਨੇ ਕੀ ਸਿਆਣੀ ਗੱਲ ਹੈ ਕਿ ਜਦੋਂ ਕਿ ਤੁਸੀਂ ਮੂਵਮੈਂਟ ਵੀ ਨਹੀਂ ਕਰ ਰਹੇ, ਹਿਲਜੁਲ ਵੀ ਨਹੀਂ ਰਹੇ ਘਰਾਂ ਦੇ ਵਿੱਚੋਂ, ਕਈਆਂ ਦੇ ਵੱਡੇ ਵੀ ਹੋ ਸਕਦੇ ਨੇ, ਕਈਆਂ ਦੇ ਦਰਮਿਆਨੇ ਘਰ ਵੀ ਹੋ ਸਕਦੇ ਨੇ ਛੋਟੇ, ਜਿਨ੍ਹਾਂ ਦੇ ਵਿੱਚ ਤੁਸੀਂ ਫਿਰ ਉੱਥੇ ਤਲੀਆਂ ਹੋਈਆਂ ਚੀਜ਼ਾਂ, ਕਿੰਨੀਆਂ ਕਿ ਚੰਗੀ ਗੱਲ ਹੈ ਜੀ? देखो, straight away in the morning koi desi breakfast lena once a while is okay, but not regular. And when you're using oils to make a paratha, that actually becomes a carcinogenic oil, because you're using a vegetable oil, you're using a corn oil which has got a very high combustion flame. That means there's a lot of carbon burnt on that paratha, even if you're doing it on low heat. So try to use the rapeseed oil if you are making a paratha. But I wouldn't say having pakode first thing in the morning. It's a heavy load on the liver, and it is food that will have low calorific value, to the sense ke thanu fe craving hoye. So start off with juice of raw vegetables,
or fruit, but depending on whether you're diabetic or you have cholesterol level or blood pressure, there is amazing chemistry in juicing is what your body needs first thing in the morning. Maybe you can have a vegetable juice later in the afternoon as the days are getting hot. But I have really promoted carrot juicing, spinach, ਉਹਦੇ ਵਿੱਚ ਅਦਰਕ ਪਾਓ, ਉਹਦੇ ਵਿੱਚ ਕੱਚੀ ਹਲਦੀ ਪਾਓ. And these are the ones that have such amazing properties, these diets that, and then after an hour later, then you can try to go in for your traditional breakfast or your oat cereal breakfast, or which is a low glycemic index food. But when you're having parathe and lazy and your body is going to send kitchen to dunk in cookies in tea, saying ke man nahi parya. So yes, there's world breakfast, there's the Russian breakfast, which is cold meats and cheeses, there's the breakfast, there's the American steak and bagel breakfast, and you look at the British breakfast, which is a full fry up. Then you look at the Punjabi breakfast, which is puri, chole, pature, puriyan, pakode, samosa, spring rolls and parathe. It's there because it's been had for generations. Udo kasrat nahi karde hunde si na siyaane, and because we are not physically very active and we are not sweating and perspiring through different temperatures in the countries we are in, it is hindering the breakdown of food and adding dead calories to that our body, which will add on weight, for which you will have a battle a month later and say, oh, si ਵਿਆਹ ਤੇ ਗਏ ਸੀਗੇ ਉੱਥੇ ਖਾ ਹੋ ਗਿਆ ਹੁਣ ਮੇਰਾ weight ਵੱਧ ਗਿਆ. I mean, nobody forces you. ਜਿਹੜੀ ਅੱਖ ਦੀ ਭੁੱਖ ਹੈ ਨਾ, ਉਹ ਸਭ ਤੋਂ ਭੈੜੀ ਭੁੱਖ ਹੈ ਕਿ ਅੱਖ ਦੀ ਨਜ਼ਰ ਨਾਲ ਤੁਸੀਂ ਦੇਖ ਲੈਣੇ ਆ. ਪਰ you can always say ਕਿ have it ਆਪਣੇ ਮਨ ਦੇ ਨਾਲ ਸੋਚੋ ਕਿ ਇਹ ਜਿਹੜਾ ਤੁਸੀਂ platter of food ਖਾਣਾ ਹੈ ਇਹ ਤੁਹਾਨੂੰ help ਕਰੇਗਾ ਕਿ ਨਹੀਂ. So it's so important to look at raw food diet, hydration in the morning, and then going in for some other cooked breakfast. ਬਹੁਤ ਅੱਛੇ ਜੀ. ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਸਾਡੇ ਨਾਲ ਡਾਕਟਰ ਮਨਜੀਤ ਕੌਰ ਜੀ ਹਨ, ਜਿਹੜੇ ਕਿ ਤੁਹਾਡੇ ਨਾਲ ਇੱਕ ਸਾਰੀ ਜਾਣਕਾਰੀ ਸਾਂਝੀ ਕਰ ਰਹੇ. ਸੋ ਡਾਕਟਰ ਸਾਹਿਬ, ਮੇਰਾ ਜਿਹੜਾ ਫੂਡ ਦੇ ਨਾਲ ਰਿਲੇਟਡ ਇਹ ਮੈਂ ਸਮਝਦਾ ਸ਼ਾਇਦ ਆਖਰੀ ਸਵਾਲ ਹੋਏਗਾ. ਤੁਸੀਂ ਕਿਹਾ ਕਿ 14 ਘੰਟੇ ਦਾ ਵੀ ਜਿਹੜਾ ਤੁਸੀਂ ਜਿਵੇਂ ਦੱਸਿਆ ਸ਼ੁਰੂ ਦੇ ਵਿੱਚ ਫੂਡ ਜਿਹੜਾ ਨਹੀਂ ਲੈਣਾ ਔਰ ਡਾਈਟ ਜਿਹਨੂੰ ਆਪਾਂ ਕਹਿੰਦੇ ਆ, ਹੈ ਨਾ ਜੀ. ਸੋ ਇਹ ਇੱਕ ਲੋਕ ਕਈ ਕਹਿੰਦੇ ਨੇ ਇੰਟਰਮਿਟੈਂਟ ਫਾਸਟਿੰਗ, ਉਹ ਕੀ ਹੁੰਦੀ ਹੈ ਤੇ ਕੀ ਵਾਕਿਆ ਹੀ ਫਾਸਟਿੰਗ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ? ਕਈ ਕਾਫੀ ਜ਼ਿਆਦਾ ਕੌਨਸ਼ੀਅਸ ਹੁੰਦੇ ਨੇ, ਹੈਲਥ ਕੌਨਸ਼ੀਅਸ, ਤੋਂ ਬਾਅਦ ਪਤਾ ਲੱਗਦਾ ਕਿ ਉਹਨਾਂ ਨੂੰ ਉਹ ਤੇ ਅੰਡਰਵੇਟ ਹੋ ਗਏ ਨੇ, ਉਹਨਾਂ 'ਚ ਫਲਾਂ ਨਿਊਟਰੀਐਂਟ ਘੱਟ ਗਏ ਨੇ ਤੇ ਰੋਗੀ ਵੀ ਹੋ ਗਏ ਨੇ. ਸੋ ਡਾਈਟ ਫੂਡ ਜਿਹੜਾ ਜੀ, ਇੱਕ ਤਾਂ ਇੰਟਰਮਿਟੈਂਟ ਫਾਸਟਿੰਗ, ਕਿੰਨੀ ਫਾਸਟਿੰਗ ਕਰਨੀ ਚਾਹੀਦੀ, ਤੇ ਅਖੀਰ ਦੇ ਵਿੱਚ ਰਾਤ ਦਾ ਜਿਹੜਾ ਖਾਣਾ ਹੈ ਜੀ ਉਹ ਸੌਣ ਤੋਂ ਕਿੰਨੀ ਦੇਰ ਪਹਿਲਾਂ ਖਾਣਾ ਚਾਹੀਦਾ? ਕਿਉਂਕਿ ਅੱਜ ਕੱਲ ਤੇ ਸੌਣ ਦਾ ਵੀ ਜਿਹੜਾ ਸਾਰਾ ਅਪਸੈਟ ਹੋਇਆ ਪਿਆ ਵੈਸੇ, ਪਰ ਫਿਰ ਵੀ ਜਿਹੜਾ ਖਾਣਾ ਹੈ ਜੀ ਉਹ ਕਿੰਨੀ ਕਦੋਂ ਖਾਧਾ ਜਾਵੇ? देखो, इंटरमिटेंट फास्टिंग 4 days कई ਤਾਂ ਕਹਿੰਦੇ ਨੇ ਕਿ ਹਾਂ 4 ਦਿਨ ਬਿਲਕੁਲ ਨਹੀਂ ਕੁਝ ਖਾਣਾ, ਸਿਰਫ ਪਾਣੀ ਪੀਣਾ ਜਾਂ ਚਾਹ ਪੀ ਜਾਣੀ. I know a lady who does that, but she's not lost an ounce of weight. ਪੰਜਾਬੀ ਕਲਚਰ ਤੇ ਪੰਜਾਬੀਆਂ ਦੇ ਵਿੱਚ ਤਾਂ ਵੈਸੇ ਹੀ fasting is not really in our religion, but eating sensible food throughout the day is important and sensible quantity. But if you are fasting, then you can go on juice fasting. That at least has got the micronutrients that your body needs. But total starvation sometimes can help, but it will make you then the other next 4 days that you might go back graze on really bad fatty food again, because your body has been in a desert environment where you have starved itself from food. But yes, it's known to sometimes balance the organs for some people if you have the willpower to do it, and if your blood pressure is balanced and you have good blood sugar levels. It's not recommended for all people. We got to be mindful of your health condition as well. ਜੀ ਬਹੁਤ ਅੱਛੇ. ਸੋ ਰਾਤ ਦਾ ਜਿਹੜਾ ਖਾਣਾ ਹੈ ਜੀ ਉਹ ਅਕਸਰ ਸਾਡੇ ਪੰਜਾਬੀਆਂ 'ਚ ਇਹ ਹੁੰਦਾ ਕਿ ਰਾਤ ਨੂੰ ਥੋੜਾ ਲੇਟ ਹੋ ਗਏ ਜੀ, 10-11 ਵਜੇ ਅਕਸਰ ਦੇਖੀਦਾ ਕਿ 10 ਵਜੇ 11 ਵਜੇ ਤੱਕ ਵੀ ਲੋਕ ਖਾਣਾ ਖਾਂਦੇ ਨੇ, ਬਹੁਤ ਲੇਟ ਤੱਕ. ਤੋ ਉਸ ਤੋਂ ਬਾਅਦ ਫਿਰ ਇੱਕਦਮ ਅੱਧੇ ਘੰਟੇ ਬਾਅਦ ਸੌ ਜਾਂਦੇ ਨੇ, ਜਾਂ ਰਾਈਟ ਵੇ ਖਾਣਾ ਖਾਧਾ ਨਹੀਂ ਤੇ ਸੋ ਗਏ. ਸੋ ਕਿਉਂਕਿ ਪੈਂਡੇਮਿਕ ਚੱਲ ਰਿਹਾ, ਬਹੁਤ ਸਾਰੇ ਸਾਡੇ ਦਰਸ਼ਕ ਘਰਾਂ 'ਚ ਨੇ, ਸੋ ਕਾਫੀ ਚੀਜ਼ਾਂ ਉਥਲ ਪੁਥਲ ਜਿਹੜਾ ਹੋਈਆਂ ਹੋਣਗੀਆਂ. ਸੋ ਮੈਂ ਇਹ ਜਾਣਨਾ ਚਾਹਾਂਗਾ ਕਿ ਉਹਦੇ 'ਚ ਐਸੇ ਹਾਲਾਤ ਦੇ ਵਿੱਚ ਕੀ ਖਿਆਲ ਰੱਖਿਆ ਜਾਵੇ? ਖਾਣਾ ਘੱਟ ਵੱਧ ਮਿਕਦਾਰ, ਉਹਦੀ ਕੁਆਂਟਿਟੀ, ਤੇ ਕਿੰਨੇ ਵਜੇ ਰਾਤ ਦਾ ਖਾਣਾ
ਤੇ ਫਿਰ ਆਪਾਂ ਅੱਗੇ ਚੱਲਦੇ ਹਾਂ। ਦੇਖੋ ਕਹਿੰਦੇ ਤੇ ਹੈ ਕਿ eat breakfast like a king, lunch like a prince and dinner like a pauper. But ਸਾਡਾ ਉਲਟਾ ਆ ਪੰਜਾਬੀਜ਼ ਦਾ, you know, it's breakfast as little as possible, and ਖਾਸ ਕਰ very young, a lot of youngsters actually miss breakfast and don't eat till midday because they have let their stomach shrink and build up so much acids that the moment they eat an early breakfast, they're going to end up with a stomach ache or a twitch in the stomach and they'll be put off. So do not starve yourself from breakfast and a good lunch. And dinner should be at least 3 hours before bedtime because that will have digested and it's not loading the liver. The liver has 400 functions whilst you're sleeping. It has to perform so much. You may be thinking your body goes to rest, your heart is pumping away, you are taking oxygen, your liver is now taking all the nutrients of the day and making sure they are distributed to the right organs for them to regenerate on a cellular and molecular level. If you're eating late, that means your body, stomach and liver is going to concentrate on that food, and most likely you will wake up feeling quite tired and quite sleepy and not having had a rested sleep as well through the night. So giving yourself those 3 hours break time before you hit the bed is very important. And then if you really want to, then maybe the light thing you can do is have an early dinner since you're at home, and then have a platter of salad in the later, which is not going to be as heavy as a cooked meal, है ना? ਜਿਹੜਾ ਤੁਸੀਂ late ਖਾਓਗੇ. So important to work with the timing. This body clock is functioning day in, day out, but let's not punish it and become mindful and have some pity on ourselves. So what is the body? How is it going to pick up that food? ਬਿਲਕੁਲ, ਅਸੀਂ ਵੀ ਇਹੀ ਕਹਾਂਗੇ ਕਿ ਆਪਣੇ ਸਰੀਰ ਦੇ ਉੱਤੇ ਰਹਿਮ ਕਰੋ। ਇਹ ਕੋਈ ਡਸਟਬਿਨ ਨਹੀਂ ਹੈ ਕਿ ਤੁਸੀਂ ਇਹਦੇ ਵਿੱਚ ਸੁੱਟੀ ਜਾਣਾ ਹੈ। ਸੋ ਡਾਕਟਰ ਸਾਹਿਬ, ਤੁਹਾਡਾ ਬਹੁਤ ਮੈਂ ਇਹ ਜਾਣਕਾਰੀ ਲਈ ਜਿੱਥੇ ਧੰਨਵਾਦ ਕਰਦਾ। ਉੱਥੇ ਉਮੀਦ ਕਰਦਾ ਕਿ ਸਾਡੇ ਦਰਸ਼ਕ ਨੇ, ਤੁਸੀਂ ਇਸ ਗੱਲ ਤੋਂ ਹੁਣ ਭਲੀ ਭਾਂਤ ਸਮਝ ਚੁੱਕੇ ਹੋਵੋਗੇ ਕਿ ਜਦੋਂ ਕਈ ਵਾਰ ਤੁਸੀਂ ਜ਼ਿਆਦਾ ਖਾ ਲੈਂਦੇ ਹੋ, ਤੁਹਾਨੂੰ ਕਈ ਵਾਰੀ ਅਫਾਰਾ ਹੋਣ ਦਾ ਜਾਂ ਕੋਈ ਖੱਟੇ ਡਕਾਰ ਵਗੈਰਾ ਉਹ ਆਪਾਂ ਨਹੀਂ ਉੱਧਰ ਜਾਵਾਂਗੇ। ਸੋ ਚੰਗੀ ਗੱਲ ਹੈ, ਘੱਟ ਖਾਓ। Heartburn is very classic. Late eating, late drinking, heartburn, reflux, burping, belching, bloating. So common. And huge amount of these products are sold on the shelves at chemists that people think, okay, you know, before they eat, they will have the tablet to say कि heartburn ਤਾਂ ਹੋਣਾ ਹੀ ਆ, ਖਾ ਹੀ ਲੈਣਾ। ਪਹਿਲਾਂ ਹੀ ਖਾ ਲਓ ਜੀ। ਸੋ ਇੱਕ ਅੰਗਰੇਜ਼ੀ ਦੀ, ਵੈਸੇ ਪੰਜਾਬੀ ਚ ਮੈਂ ਦੱਸਣ ਲੱਗਾ ਕਿ ਜਿਹੜੀ ਤੁਹਾਡੀ ਫੂਡ ਹੈ ਨਾ ਜੀ, ਉਹਨੂੰ ਤੁਸੀਂ ਦਵਾਈ ਵਾਂਗੂ ਖਾਓ ਤਾਂ ਕਿ ਤੁਹਾਨੂੰ ਲੇਟਰ ਔਨ ਜਾ ਕੇ ਦਵਾਈਆਂ ਜਿਹੜੀਆਂ ਨੇ ਉਹ ਫੂਡ ਵਾਂਗੂ ਨਾ ਖਾਣੀਆਂ ਪੈਣ। ਅਸੀਂ ਦੇਖਦੇ ਹਾਂ ਲੋਕ ਮਤਲਬ ਇੰਨੇ ਨਹੀਂ ਥੱਬੇ ਹੱਥਾਂ ਚ ਦਵਾਈਆਂ ਦੇ ਟੂ ਮੈਨੀ ਟੈਬਲੇਟਸ ਖਾਂਦੇ ਨੇ, ਉਹ ਕਿਉਂਕਿ ਰੋਗੀ ਹੁੰਦੇ ਨੇ, ਰੋਗ ਲੱਗ ਜਾਂਦੇ ਨੇ। ਵੈਸੇ ਤਾਂ ਕਿਸੇ ਨੂੰ ਕੋਈ ਰੋਗ ਨਾ ਲੱਗੇ, ਅਸੀਂ ਇਹੀ ਅਰਦਾਸ ਕਰਦੇ ਹਾਂ, ਪਰ ਰੋਗ ਨਾ ਲੱਗੇ ਉਹਦੇ ਲਈ ਕੀ ਕਰਨਾ ਚਾਹੀਦਾ, ਉਹ ਗੱਲਾਂ ਡਾਕਟਰ ਸਾਹਿਬ ਨੇ ਹੁਣ ਦੱਸੀਆਂ ਨੇ। ਸੋ ਡਾਕਟਰ ਸਾਹਿਬ, ਹੁਣ ਆਉਂਦੇ ਹਾਂ ਥੋੜਾ ਜਿਹਾ ਆਪਾਂ ਫਿਜ਼ੀਕਲ ਐਕਟੀਵਿਟੀਜ਼ ਦੇ ਉੱਤੇ। ਬਹੁਤ ਸਾਰੇ ਲੋਕ ਜਿਹੜੇ ਨੇ ਸਾਡੇ ਜੀ, ਉਹ ਇਹਨਾਂ ਦਿਨਾਂ ਦੇ ਵਿੱਚ ਫਿਜ਼ੀਕਲੀ ਐਕਟਿਵ ਨਹੀਂ ਹੋ ਪਾ ਰਹੇ। ਰੀਜ਼ਨ ਉਹਦੇ ਬਿਲਕੁਲ ਆਬਵੀਅਸ ਨੇ। ਸੋ ਜਿਹੜੇ ਅੰਦਰ ਰਹਿ ਗਏ ਨੇ, ਡੱਕੇ ਗਏ ਨੇ ਅੰਦਰ, ਜਾਂ ਕਹਿ ਲਓ ਲਾਕਡਾਊਨ ਨੇ, ਜਾਂ ਉਹਨਾਂ ਨੂੰ ਇਜਾਜ਼ਤ ਨਹੀਂ ਹੈ ਉਹਨਾਂ ਦੇ ਮੁਲਕਾਂ, ਜਾਂ ਕਈ ਬਹੁਤ ਸਾਰੇ ਲੋਕ ਜਿਹੜੇ ਨੇ ਸ਼ਹਿਰਾਂ ਦੇ ਵਿੱਚ ਉਹ ਆਪਣੇ ਅਪਾਰਟਮੈਂਟ 'ਚ ਰਹਿ ਰਹੇ ਹੋਣਗੇ। ਸੋ ਮੈਂ ਜਾਣਨਾ ਚਾਹਾਂਗਾ ਕਿ ਫਿਜ਼ੀਕਲ ਐਕਟੀਵਿਟੀ ਕਿੰਨੀ ਕੁ ਜ਼ਰੂਰੀ ਹੈ ਬੋਡੀ ਨੂੰ ਤੰਦਰੁਸਤ ਰੱਖਣ ਲਈ। ਚੰਗੀ ਡਾਈਟ ਖਾ ਲਈ, ਹਿਸਾਬ ਨਾਲ ਡਾਈਟ ਖਾ ਲਈ, ਲੇਕਿਨ ਫਿਜ਼ੀਕਲੀ ਐਕਟਿਵ ਹੋਣਾ, ਤੇ ਅਖੀਰ 'ਚ ਆਪਾਂ ਫਿਰ ਮੈਂਟਲ ਐਕਟੀਵਿਟੀ ਦੀ ਗੱਲ ਕਰਾਂਗੇ। Obviously, I think it takes oneself to say कि मैं की करना अपने शरीर वास्ते, not to become a grazing society as we've been. I know we are lacking the freshness of the air and that human contact right now. We are a community society, or a species of the mammals that we, you know, connect, and we go to the Gurdwara and we meet people, we go to work, and doing these Zoom calls and doing virtual meetings has just blown around everywhere in the world. But that still stagnates us. But then waking up in the morning, having 2 glasses of water and doing some Naam Simran, some sort of breathing exercise, yoga exercise, or feeling grateful for the time and moment, because I think shukrana nahi karte ਵਾਹਿਗੁਰੂ ਦਾ ਇੰਨਾ ਜੋ ਨੇ ਸਾਨੂੰ ਦਿੱਤਾ ਇਸ ਦੁਨੀਆ ਤੇ, ਆਕਾਸ਼, ਤਾਰੇ, ਚੰਦ, ਸੂਰਜ, ਪਾਣੀ, ਮਾਂ ਧਰਤੀ। We are so ungrateful as a society that we have punished the earth so much. And known fact is that as well the earth is healing, you know, the waters are cleaning,
the ozone layer is getting better. So it has been at the massive count of human life for us to realize, gosh, is that what we really did to Mother Earth? Hai? So exercise is important, but breathing and waking up, Punjabi culture ch waise pani padni utke ishnan pani karo and have a good scrub. Probably use a bit of pink salt, or to scrub your body to open up the pores and get the circulation going, and use a dry towel to scrub yourself, and you'll just feel the vibrancy of those cells moving and say, "Wah jiva." There's so much energy in the body than just hitting the water with the shower. So scrubbing is very important. But then doing meditation, yoga, breathing exercise, anything that brings your body to a state of stillness is helping the organs as well to regenerate and to take more oxygen and remove carbon dioxide, which is the whole theory of human survival. We can't survive without oxygen, So to actually to take that oxygen into the system is important. If you don't have dumbbells at home, or you're lacking something, do jogging on the spot, do skipping, probably try to do some sit-ups, start off with a slow gradient, say I'm going to do 10 today, 20 tomorrow, and 50 in about 3-4 days, but don't punish yourself to say, if you don't have dumbbells, then take 2 bottles of milk. 4 liters, and start lifting that down. I'm sure everybody's consuming plenty of milk across the world. I don't. I'm one person who does not consume milk because I don't think it's made for human consumption. I think we are the only mammals on the world that actually drink another animal's milk. But I think having substitute milk, which is almond milk, hemp milk, soya milk, rice milk, coconut, there's so much out there. And then obviously looking at making sure that you are also tapping on your body. So if you're sitting still, and if I can just straight and just do tapping, and you will find for people who are aged or stagnated, tapping on the face, tapping on the shoulders, you will feel a surge of energy. It doesn't cost you anything other than using your fingers to tap and visualize you're somewhere in a beautiful space. Meditation de vich you can take yourself to a journey of being by the ocean, by the waterfront, putting on some soft music of probably sitar, harmonium, naam simran, birds singing in the air. All these things, ajkal de samay ch jehde sade Guru Nanak Dev Ji ne ditte hi sige, meditation karni aur naam simran karna, aur us to baad apni kirt kamai karo te thodi charity karo. Aur duniya de vich is vele langar varta ho rahe. Even in this pandemic time, the Punjabi culture has known to be the most active in distributing food to various communities. And if nothing, you've got a spa at home, make use of it. Don't just let it just sit and waste away. So these physical exercises, which you don't have to go to the gym, if you can go out in the garden, or you can go up and down your own stairs of your house, do that. I don't think we are in UK locked down 100%. We can do one exercise in a day, but not go out and intermix with another group and get contaminated. So I believe, so I mean ਸਾਰੇ ਲੋਕ ਜਿਹੜੇ ਨੇ ਜੀ ਉਹ ਜਿਹੜੀ ਉਹਨਾਂ ਦੀਆਂ ਅਥਾਰਟੀਆਂ ਨੇ, ਹੈਲਥ ਅਥਾਰਟੀਆਂ ਨੇ, ਉਹਨਾਂ ਦਾ ਪਾਲਣ ਕਰ ਰਹੇ ਹੋਣਗੇ। ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਕਿਤੇ ਗੱਲ ਸਾਡੀ ਸੁਣ ਕੇ ਪਾਰਕਾਂ ਦੇ ਵਿੱਚ ਦੌੜਨ ਨਾ ਚਲੇ ਜਾਇਓ। ਤੁਹਾਡੇ ਘਰ ਦੇ ਵਿੱਚ ਹੀ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਕਿ ਤੁਸੀਂ ਕੁਝ ਇੱਕ ਐਸੀਆਂ ਇਨੋਵੇਟਿਵ ਐਕਸਰਸਾਈਜ਼ ਜਿਹੜੀਆਂ ਨੇ ਕਰ ਸਕਦੇ ਹੋ। ਸੋ ਸਟ੍ਰੈਚਿੰਗ ਜਿਹੜੀ ਹੈ, ਇੱਕ ਬੜੀ ਵਾਕਿੰਗ ਵਿਦਨ ਦਾ ਹਾਊਸ ਇਜ਼ ਆਲਸੋ ਵੈਰੀ ਯੂਸਫੁਲ। ਸੋ ਫਿਜ਼ੀਕਲੀ ਐਕਟਿਵ ਹੋਣਾ ਸਿਹਤ ਦੀ ਜਿੱਥੇ ਤੰਦਰੁਸਤੀ ਲਈ ਜ਼ਰੂਰੀ ਹੈ, ਉੱਥੇ ਮਨ ਦੀ ਤੰਦਰੁਸਤੀ ਲਈ ਵੀ ਬਹੁਤ ਜ਼ਰੂਰੀ ਹੈ। ਹੈਲਦੀ ਮਾਈਂਡ ਐਂਡ ਹੈਲਦੀ ਬੋਡੀ ਦੀ ਗੱਲ ਹੁੰਦੀ ਹੈ, ਜਾਂ ਇਹ ਕਹਿ ਲਓ ਕਿ ਫੂਡ ਦੇ ਜੈਸਾ ਅੰਨ ਵੈਸਾ ਤਨ ਦੀ ਗੱਲ ਹੁੰਦੀ ਹੈ। ਸੋ ਫੂਡ, ਬੋਡੀ, ਨਾਓ ਲੈਟਸ ਕਮ ਟੂ ਦ ਮਾਈਂਡ। ਸਾਰਾ ਕੁਝ ਹੁੰਦੇ ਹੋਏ ਵੀ ਗ੍ਰੇਟਫੁਲਨੈਸ ਜਾਂ ਜਿਹੜਾ ਗ੍ਰੈਟੀਟਿਊਡ ਜਿਹੜਾ ਰੱਖਣਾ ਬਹੁਤ ਚੰਗੀ ਗੱਲ ਹੈ। ਸ਼ੁਕਰਾਨੇ ਵਾਲਾ ਵਤੀਰਾ ਰੱਖੋ, ਹਰ ਇੱਕ ਦੇ ਨਾਲ ਸ਼ੁਕਰਾਨਾ ਜਿਹੜਾ ਹੈ ਜੀ, ਸ਼ੁਕਰ ਕਰੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਆਲਮਾਈਟੀ ਗੋਡ ਦਾ, ਜਾਂ ਆਪਣੇ ਉਹਨਾਂ ਭੈਣਾਂ ਭਰਾਵਾਂ ਦਾ ਜਿਹੜੇ ਕਿ ਤੁਹਾਡੇ ਨਾਲ ਇਸ ਵਕਤ ਖੜੇ ਨੇ। ਔਰ ਸਪੈਸ਼ਲੀ ਡਾਕਟਰ ਸਾਹਿਬ, ਅੱਜ ਕੱਲ੍ਹ ਜਿਹੜਾ ਸ਼ੁਕਰਾਨਾ ਕਰਨਾ ਬਣਦਾ, ਉਹ ਤੁਹਾਡਾ
ਲੋਕਾਂ ਦਾ ਬਣਦਾ ਹੈ, ਸਾਰੇ ਡਾਕਟਰਸ ਦਾ ਬਣਦਾ ਹੈ। ਤੁਸੀਂ ਇਸ ਪੈਂਡੇਮਿਕ ਦੇ ਵਿੱਚ ਤੁਸੀਂ ਸਾਰੇ ਜਿਹੜੇ ਹੈਲਥ ਪ੍ਰੋਫੈਸ਼ਨਲ ਹੋ, ਉਹ ਲੋਕਾਂ ਦੀ ਸਿਹਤ ਦਾ ਇੰਨਾ ਖਿਆਲ ਰੱਖ ਰਹੇ ਹੋ, ਆਪਣੀ ਜਾਨ ਜਿਹੜੀ ਉਹ ਤਲੀ ਦੇ ਉੱਤੇ ਰੱਖ ਕੇ। ਸੋ ਹਾਂਜੀ, ਸੋ ਅਸੀਂ ਇੱਕ ਵਾਰੀ ਫੇਰ ਹੈਲੋ ਕੈਨੇਡਾ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਡਾਕਟਰਸ ਦਾ ਔਰ ਸਾਰੇ ਉਹਨਾਂ ਐਸੈਂਸ਼ੀਅਲ ਵਰਕਰਸ ਦਾ, ਜਿਹੜੇ ਕਿ ਇਸ ਦੌਰ ਦੇ ਵਿੱਚ ਵੀ ਇਸ ਜ਼ਿੰਦਗੀ ਨੂੰ ਤੁਹਾਡੇ ਲਈ ਫੂਡ, ਤੁਹਾਡੇ ਲਈ ਸਿਹਤ, ਤੁਹਾਡੇ ਲਈ ਦਵਾਈਆਂ, ਤੁਹਾਡੇ ਲਈ ਪੁਲਿਸਿੰਗ ਔਰ ਸਾਰਾ ਕੁਝ ਦੇਖ ਰਹੇ ਨੇ। ਸੋ ਉਹਨਾਂ ਨੂੰ ਸਲਾਮ, ਸੈल्यूट ਐਂਡ ਥੈਂਕ ਯੂ ਵਨਸ ਅਗੇਨ। ਮਾਈਂਡ, ਉਹ ਕਹਿੰਦੇ ਨੇ ਜਿਹੜਾ ਮਨ ਹੈ ਨਾ, ਬੜਾ ਮੱਛਲੀ ਵਰਗਾ ਹੁੰਦਾ ਹੈ, ਇਹ ਇੱਕ ਜਗ੍ਹਾ ਟਿਕਦਾ ਨਹੀਂਗਾ। ਸੋ ਮਾਈਂਡ ਨੂੰ ਬਹੁਤ ਸਾਰੇ ਲੋਕ ਜੌਬਲੈਸ ਹੋ ਗਏ ਨੇ, ਜਾਂ ਜੌਬਸ ਉਹਨਾਂ ਦੇ ਬਿਜ਼ਨਸ ਰੁਕ ਗਏ ਨੇ, ਜਾਂ ਉਹਨਾਂ ਦੀਆਂ ਕੁਝ ਐਕਟੀਵਿਟੀਜ਼ ਰੁਕ ਗਈਆਂ ਨੇ। ਕਈਆਂ ਦੇ ਬਹੁਤ ਸਾਰੀਆਂ ਜਗ੍ਹਾ ਜਾਣਾ ਸੀ, ਉਹਨਾਂ ਨੇ ਛੁੱਟੀਆਂ 'ਚ ਜਾਣਾ ਸੀ, ਉਹਨਾਂ ਦੇ ਉਹ ਸਾਰੇ ਪਲਾਨ ਚੌਪਟ ਹੋ ਗਏ ਨੇ। ਸੋ ਮੈਂਟਲੀ ਲੋਕ ਸਟ੍ਰੈਸ ਦੇ ਵਿੱਚ ਵੀ ਨੇ। ਔਰ ਜੇ ਮੈਂ ਇਹ ਕਹਿਣਾ ਵੀ ਠੀਕ ਨਹੀਂ, ਗਲਤ ਹੋਏਗਾ, ਝੂਠ ਹੋਏਗਾ ਕਿ ਜੇ ਮੈਂ ਕਹਾਂ ਸਾਰੇ ਲੋਕ ਬੜੇ ਸ਼ਾਂਤ ਨੇ ਜੀ। ਨੋ, ਕਿਤੇ ਨਾ ਕਿਤੇ ਹਰ ਇੱਕ ਬੰਦਾ ਜਿਹੜਾ ਉਹ ਚਿੰਤਿਤ ਹੈ। ਸੋ ਚਿੰਤਾ ਤਾਂ ਆਪਣੇ ਆਪ ਹੀ ਚਿਤਾ ਸਮਾਨ ਹੁੰਦੀ ਹੈ। ਸੋ ਇਹ ਚਿੰਤਾ ਔਰ ਇਹ ਸਟ੍ਰੈਸ ਜਿਹੜਾ ਹੈ, ਔਰ ਜਿਹੜੀ ਇਹ ਸਾਰੀ ਸਿਚੁਏਸ਼ਨ ਦੇ ਕਰਕੇ ਵੀ ਹੋਇਆ ਜਾਂ ਅਦਰਵਾਈਜ਼ ਵੀ ਹੈ, ਇਹ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ? I mean, one is try to remove the fear. First of all, leave it to Almighty. Thoda faith and belief in that Akal Purukh should be so strong कि जो आई है इस दुनिया दे विच any हलचल, there is to every problem there is a solution. So जिन्ना ही तुसी अपने माइंड ਨੂੰ ਸਟ੍ਰੈਸ ਦੇ ਵਿੱਚ ਕਰੋਗੇ, ਆਪਣੇ ਉੱਪਰ ਸਿਮਰਨ ਨਹੀਂ ਕਰੋਗੇ, ਮੈਡੀਟੇਸ਼ਨ ਨਹੀਂ ਕਰੋਗੇ, ਯੋਗਾ ਨਹੀਂ ਕਰੋਗੇ, ਕੋਈ exercise ਨਹੀਂ ਕਰੋਗੇ, and you're watching the television day in day out, that's going to affect you seriously. But I think in that ਤੁਸੀਂ abundance ਸੋਚੋ, you know, ਬਰਕਤ ਵਾਲੀ ਕੋਈ ਚੀਜ਼ ਕਰੋ ਜਿਹਦੇ ਨਾਲ ਤੁਸੀਂ ਆਪਣੇ ਵਾਸਤੇ, ਆਪਣੀ ਫੈਮਿਲੀ ਵਾਸਤੇ ਕੁਝ ਕਰ ਸਕਦੇ। ਬੇਕਿੰਗ ਕਰੋ, ਕੁਝ ਘਰ ਦੇ ਵਿੱਚ ਕੰਮ ਕਰੋ, ਫੈਮਿਲੀ ਨਾਲ ਬੈਠੋ, ਕੋਈ ਗੇਮਾਂ ਖੇਡੋ, things that you never did as a family, to steer away your mind from that one concept, that one track ਜਿਹੜਾ ਆਪਣਾ ਚੱਲਦਾ ਆ। Yes, we need to look at other opportunities of jobs for sure, that goes without a doubt, but don't put that fear and worry, because that will halt your and out. जी, बिल्कुल। The less space you have in your head to put more positivity, to think and to, you know, think again as a family. So very important to create that union within the community and friends. I think before there used to be national holidays, the Easter, the Thanksgiving Day, or the Christmas, when families used to get together. This time we've got so much time in the world that we can do something creative. Maybe you never did painting before, but you love to do. Maybe you never played the harmonium before or music, and suddenly thodi vich koi inspiration aa rahi, or you never wrote poetry, or you never wrote a book about your life or your journey. Start writing it there. It's in you. You just need to get it out and focus, because adrenaline rush, the fear, is such a killer that it creates a negative adrenaline that affects the glands and the adrenal glands to even stop the other organs functioning normally. So don't create that stress. There is always a solution to every problem, and God, have faith, have belief in that one God, because He will resolve your problems. But leave it to Him. Carry on with your prayers and your yoga and meditation, and be, you know, your best friend with your families and your people that you feel you had fallen out. Time to make up, you know. And heal yourself, because negativity doesn't help, but care and compassion in the community and within the family is just so important. It is so important, part of your balance. It is the full ratli of your, you know, body balance, the mind, the body, the soul, the food, the nutrition, the hydration. It's complex, but I hope somehow we've probably enlightening you with some sort of information in today's show. ਬਹੁਤ ਅੱਛੇ। ਸੋ ਡਾਕਟਰ ਸਾਹਿਬ, ਜਿਹੜੀ ਤੁਸੀਂ ਕ੍ਰੀਏਟੀਵਿਟੀ ਦੀ ਗੱਲ ਕੀਤੀ ਹੈ ਕਿ ਆਪਣੇ ਮਨ ਨੂੰ ਸ਼ਾਂਤ ਰੱਖਣ ਦੇ ਲਈ ਤੇ ਮੈਡੀਟੇਸ਼ਨ ਔਰ ਪਰਮਾਤਮਾ ਦਾ ਨਾਮ ਲੈਣਾ, ਜਾਂ ਜਿਹੜੀ ਚੀਜ਼ ਤੁਹਾਨੂੰ ਪਸੰਦ ਸੀ ਤੁਸੀਂ ਨਹੀਂ ਕਰ ਪਾ ਰਹੇ, ਤੁਹਾਡੇ ਕੋਲ ਹੁਣ ਟਾਈਮ ਹੀ ਟਾਈਮ ਹੈ। ਅਗਲੀ ਜਿਹੜੀ ਗੱਲ ਹੈ ਜੀ, ਉਹ ਇਹ ਹੈ ਕਿ ਹੁਣ ਇੰਨਾ ਜ਼ਿਆਦਾ ਟਾਈਮ ਹੈ ਕਿ ਉਹਨੂੰ ਟਾਈਮ ਦੀ ਮੈਨੇਜਮੈਂਟ ਜਿਹੜੀ ਕਰਨੀ, ਇਹ ਕਿੰਨੀ ਤੁਸੀਂ ਸਮਝਦੇ ਹੋ ਇੰਪੋਰਟੈਂਟ ਹੈ ਕਿ ਟਾਈਮ ਨੂੰ ਮੈਨੇਜ ਕਰੋ? ਜਿਵੇਂ ਤੁਸੀਂ ਕੰਮਾਂ ਤੇ ਜਾਂਦੇ ਸੀ ਉਸ ਹਿਸਾਬ ਨਾਲ ਆਪਣੇ ਘੰਟਿਆਂ ਨੂੰ, ਆਪਣੇ ਬ੍ਰੇਕਸ ਨੂੰ ਲਿਖੋ ਤੇ ਉਸ ਹਿਸਾਬ ਨਾਲ ਤੁਸੀਂ ਫੋਲੋ ਕਰੋ,
ਜਾਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਟਾਈਮ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਕੋਲ ਤਾਂ ਉਹ ਕ੍ਰੀਏਟਿਵਿਟੀ, ਨਾ ਉਹਨਾਂ ਨੂੰ ਪੜ੍ਹਨ ਦਾ ਸ਼ੌਕ ਹੈ, ਨਾ ਉਹਨਾਂ ਨੂੰ ਫਿਲਮਾਂ ਦੇਖਣ ਦਾ ਸ਼ੌਕ ਹੈ, ਨਾ ਉਹਨਾਂ ਨੂੰ ਕੋਈ ਐਸਾ ਸ਼ੌਕ ਹੈ ਜਿਹੜਾ ਕਿ ਉਹ ਨਹੀਂ ਕਰ ਪਾ, ਸਿਰਫ ਉਹ ਸੋਚਣ ਦਾ ਸ਼ੌਕ, ਸੋਚਦੇ ਨੇ ਤੇ ਸੋਚ ਕੇ ਫਿਰ ਉਹ ਆਪਣੇ ਆਪ ਨੂੰ ਲੋ ਚਲੇ ਜਾਂਦੇ ਨੇ ਕਿ ਹਾਏ ਹਾਏ ਕੀ ਹੋਏਗਾ। ਸੋ ਇਹ ਤੁਸੀਂ ਬੜੀ ਵਧੀਆ ਇਹ ਵੀ ਗੱਲ ਦੱਸੀ ਹੈ ਕਿ ਇਹ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਇਨਸਾਨਾਂ ਦੇ ਉੱਤੇ ਜਾਂ ਭੀੜਾਂ ਪੈਂਦੀਆਂ ਨੇ, ਉਹਨਾਂ ਦੇ ਹੱਲ ਵੀ ਹੁੰਦੇ ਨੇ, ਪਿਛਲੇ ਸਮਿਆਂ ਦੌਰਾਨ ਵੀ ਆਈਆਂ ਸੀ ਔਰ ਆਉਣ ਵਾਲੀਆਂ ਸਦੀਆਂ 'ਚ ਵੀ ਆਉਂਦੀਆਂ ਰਹਿਣਗੀਆਂ। ਸੋ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਟਾਈਮ ਹੈ ਤੇ ਉਹਨਾਂ ਨੂੰ ਮੈਨੇਜ ਨਹੀਂ ਕਰਨਾ ਆ ਰਿਹਾ, ਉਹਨਾਂ ਲਈ ਕੀ ਸਲਾਹ ਦਓਗੇ ਜੀ? देखो, journaling is very important. Try to write things that you did on that day, or what you plan to do, what you have achieved, and pet yourself. But what you haven't achieved in that one day, journal that and take it on to your diary on the next page that you will do it tomorrow. And then try to stay with it. To achieve those goals, you need to write them, applaud yourself, pat yourself, and say, if you haven't done it, do it the next day. Or whatever you want to do the next day, journal that at night, show your gratitude, and then go to bed. But don't take your problems and that guilt to say, oh, I wasted my day today, I haven't done anything, because you didn't plan it. Just like you go to work and there's a manager managing you, this is the time that's come that we need to manage our own time and become mindful that this time is so precious. Let's use every minute of it. If you have finished with something that you're now tired with work, get into the kitchen and help your wife or husband to cook, to make a cake or bake something healthier, or juice. Anything that will occupy your mind is so important. But don't sit and waste those precious moments. Get out in the garden, put some plants, do some micronutrient seeds, put them in the soil. It's just the right time to get some Brussels, some sprouting done, some cabbage seeds, some celery seeds. All these things will go and create so much therapy when you're gardening and when you are doing your vegetables. It is so therapeutic for your mind to see things blossom in front of you. ਬਿਊਟੀਫੁਲ। ਔਰ ਨਾਲ ਫੁੱਲ ਲਗਾ ਸਕਦੇ ਹੋ। ਔਰ ਸਾਰੀਆਂ ਜਿਹੜੀਆਂ ਮੇਰੇ ਖਿਆਲ ਦੇ ਵਿੱਚ ਸਾਰੀਆਂ ਜਿਹੜੀਆਂ ਨਰਸਰੀਜ਼ ਨੇ ਉਹ ਖੁੱਲ ਚੁੱਕੀਆਂ ਨੇ। ਸੋ ਮੈਂ ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੀ ਜਿਹੜੀਆਂ ਬੁੱਕਸ ਦੀ ਮੈਂ ਗੱਲ ਕਰਾਂ ਔਰ ਤੁਹਾਡੀ ਜਿਹੜੀਆਂ ਸਰਵਿਸਿਜ਼ ਦੀ ਔਰ ਕੰਸਲਟੈਂਸੀ ਔਰ ਜਿਹੜੇ ਤੁਸੀਂ ਕਰਦੇ ਉਹਦੀ ਗੱਲ ਕਰਾਂ, ਬੱਚੇ ਜਿਹੜੇ ਸਾਡੇ ਨੇ ਜੀ, ਚਾਹੇ ਉਹ ਸਕੂਲ ਗੋਇੰਗ ਬੱਚੇ ਨੇ, ਚਾਹੇ ਉਹ ਕਾਲਜ ਜਾਂ ਯੂਨੀਵਰਸਿਟੀ ਜਾਂ ਕਿਸੇ ਵੀ ਪ੍ਰੋਫੈਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਜਾਂਦੇ ਨੇ, ਉਹ ਵੀ ਅੱਜ ਕੱਲ੍ਹ ਘਰੇ ਬੈਠੇ ਨੇ, ਕਿਉਂਕਿ ਇਹ ਹੈ ਹੀ ਐਸਾ ਸਮਾਂ ਕਿ ਕਿਤੇ ਵੀ ਗੈਦਰਿੰਗ ਨਹੀਂ ਹੋ ਸਕਦੀ। ਔਰ ਬੱਚਿਆਂ ਦੇ ਵਿੱਚ ਅਸੀਂ ਖਾਸ ਤੌਰ ਤੇ ਇਸ ਜ਼ਮਾਨੇ ਦੇ, ਇਸ ਦੌਰ ਦੇ ਬੱਚਿਆਂ ਦੀ ਗੱਲ ਕਰਾਂ, ਬੜੇ ਸਿਆਣੇ, ਬੜੇ ਸਮਝਦਾਰ ਬੱਚੇ ਨੇ, ਐਸੀ ਗੱਲ ਨਹੀਂ, ਬਟ ਉਹਨਾਂ ਦੇ ਸਕੈਜੂਲ ਜਿਹੜੇ ਨੇ ਜੀ, ਅਸੀਂ ਇਹ ਦੇਖ ਰਹੇ ਹਾਂ ਹਰ ਘਰ ਦੇ ਵਿੱਚ ਕਿ ਉਹ ਰਾਤ ਨੂੰ ਬਹੁਤ ਲੇਟ ਸੌਣਾ ਉਹਨਾਂ ਨੇ ਔਰ ਦਿਨੇ ਅੱਧਾ ਦਿਨ ਨਿਕਲ ਜਾਂਦਾ, ਉਸ ਤੋਂ ਬਾਅਦ ਕਿਤੇ ਜਾਗਦੇ ਨੇ। ਸੋ ਇਹ ਟੂ ਮਚ ਸਲੀਪ ਨਹੀਂ ਹੋ ਰਹੀ ਜਾਂ ਟੂ ਮਚ ਜਿਹੜੀ ਇਹ ਚੀਜ਼ ਹੈ, ਇਹਦੇ ਬਾਰੇ ਤੇ ਇਹ ਜਿਹੜਾ ਡਿਸਟਰਪਸ਼ਨ ਹੋਈ ਹੈ, ਇਹ ਕਿਵੇਂ ਬੱਚਿਆਂ ਨੂੰ, ਕਿਵੇਂ ਮਾਪੇ ਸਮਝਾ ਸਕਣ? ਜੇ ਸਾਡੇ ਕੋਲ ਬੱਚੇ ਵੀ ਦੇਖਣਗੇ ਪ੍ਰੋਗਰਾਮ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? Discipline rakhna, make it into a routine, a discipline. I think 1 week to 2 week to 3 week, hun 7ਵਾਂ week ਚੱਲ ਰਿਹਾ ਆ, ਕਈ countries ਵਿੱਚ 6ਵਾਂ ਹਫਤਾ ਚੱਲ ਰਿਹਾ ਆ, but in UK ਦੇ ਵਿੱਚ parents are schooling their children and they are creating an agenda with their children. If nothing, after doing a bit of maths or English or science and reading, try to do some artwork with your child. Try to get them to do some cooking, some baking. If nothing, to cut a salad or to create something that they never could cook. A lot of girls who couldn't cook suddenly have realized that it's not that difficult, because in their work industry they were just picking up food on the go and did not appreciate. There's so much barkat in Indian food that we fail to realize. It's so simply made with a few ingredients, and it goes a milestone compared to having Western food with the non-veg and vegetables and gravies and other things that are added. But there's so much barakat in Indian food. Get your child into the kitchen, then get them out in the garden. Do something that you are involved with your children. But if you shout at your child and you actually creating that negative energy, then they would feel withdrawn. So, I know there's stress, there's tension for parents who are also having to work from home but school their children. But I think doing a timetable and sticking to that, and then giving your child that applaud for doing well for the day is important, but giving them some time to do some gaming that they like, but break away, and then getting them to read. Children are not reading. I mean, ਬੱਚੇ ਕਿਤਾਬਾਂ ਹੀ ਨਹੀਂ ਪੜ੍ਹ ਰਹੇ। ਅਸੀਂ ਤਾਂ ਇੰਨੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀਗੇ,
ਸਾਡੇ time and zamane that we used to read one book every other day. So get your child into a habit of reading, because it increases its concentration, but also they are using their brain and they would. ਜੀ ਡਾਕਟਰ ਸਾਹਿਬ ਮੈਂ ਅਖੀਰ ਬਿਲਕੁਲ ਸੋ ਮੈਂ ਅਖੀਰ ਦੇ ਵਿੱਚ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਤੁਸੀਂ ਬਹੁਤ ਸਾਰੇ ਜਿੱਥੇ ਟਰੈਵਲਿੰਗ ਵੀ ਕਰਦੇ ਹੋ ਹੋਲਿਸਟਿਕ ਜਿਹੜੀ ਹੀਲਿੰਗਸ ਦੇ ਲਈ ਔਰ ਵੱਖ-ਵੱਖ ਐਜ਼ ਅ ਆਥਰ ਐਜ਼ ਅ ਸਪੀਕਰ ਤੁਸੀਂ ਜਾਣਦੇ ਹੋ ਐਜ਼ ਅ ਆਥਰ ਤੁਹਾਡੀਆਂ ਜਿਹੜੀਆਂ ਕਾਫੀ ਪਬਲਿਕੇਸ਼ਨਸ ਆਈਆਂ ਨੇ ਸੋ ਮੈਂ ਸਿਰਫ ਜਿਹੜੀ ਤੁਹਾਡੀ ਲੇਟੈਸਟ ਇੱਕ ਪਬਲਿਕੇਸ਼ਨ ਹੈ ਜੀ ਹੈਲਥ ਹੈਵਨ ਉਹ ਮੈਂ ਆਪਣੇ ਦਰਸ਼ਕਾਂ ਨੂੰ ਦਿਖਾ ਵੀ ਦਿਆਂਗਾ ਔਰ ਉਹਦੇ ਬਾਰੇ ਮੈਂ ਜਾਣਨਾ ਚਾਹਾਂਗਾ ਕਿ ਪਬਲਿਕੇਸ਼ਨਸ ਔਰ ਜਿਹੜੇ ਤੁਹਾਡੇ ਬਾਕੀ ਜਿਹੜੇ ਹੋਰ ਜਿਹੜੇ ਅਸੀਂ ਹੈਗੇ ਨੇ ਉਹਨਾਂ ਦੇ ਬਾਰੇ ਥੋੜੀ ਜਾਣਕਾਰੀ ਦਿਓ ਅਤੇ ਮੈਂ ਅਖੀਰ ਦੇ ਵਿੱਚ ਤੁਹਾਡੇ ਕੋਲੋਂ ਜਿਹੜਾ ਹੈ ਜੀ ਫਿਰ ਅਸੀਂ ਕੁਝ ਹੋਰ ਹੈਲਥ ਟਿਪਸ ਲਵਾਂਗੇ ਜੀ Yeah, I mean that book came that I need to help people understand to prevent illness and how to recover from that ill health through the use of alternative solutions. जी Amazon and it in two categories many months. जी was to bring enlightenment to people. Ke thirty set, thirty man, thirty body, and spirit. All these have to be well balanced with diet and nutrition and exercise. And disease, us vele bimari aandi and that's out, and that would lead on to fatigue and allergies and hormone imbalances, leading on to organ toxicity. So I envisaged, I had planned this book for years, and then weeks, I couldn't believe. जी ਨੇ ਬਹੁਤ ਅੱਛੀ ਇਹ ਕਿਤਾਬ ਹੈ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਉਹ ਜ਼ਰੂਰ ਇਸ ਕਿਤਾਬ ਨੂੰ ਜਿਹੜਾ ਹੈ ਜੀ ਉਹ ਲੈ ਕੇ ਪੜ੍ਹਨ ਸੋ ਹੈਲਥ ਹੈਵਨ ਕਿਤਾਬ ਦਾ ਨਾਮ ਹੈ ਸੋ ਇਹ ਹੈਲਥ ਹੈਵਨ ਜਿਹੜੀ ਬੁੱਕ ਹੈ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ ਸੋ ਡਾਕਟਰ ਸਾਹਿਬ ਅਖੀਰ ਦੇ ਵਿੱਚ ਤੁਹਾਡਾ ਜਿੱਥੇ ਮੈਂ ਧੰਨਵਾਦ ਕਰਦਾ ਹੈਲੋ ਕੈਨੇਡਾ ਦੇ ਦਰਸ਼ਕਾਂ ਵੱਲੋਂ ਆਪਣੇ ਵੱਲੋਂ ਸੋ ਕੀ ਕਹਿਣਾ ਚਾਹੋਗੇ ਜਾਂਦੇ ਹੋਏ Well, I'm saying ਤੁਹਾਡੀ ਸਰੀਰ ਹੈ ਤੁਹਾਡਾ ਗਹਿਣਾ ਇਸ ਦੀ ਦੇਖਭਾਲ ਕਰੋ as a practitioner in Ayurveda, colon hydrotherapy, juice and diet, in homeopathy, as a Reiki master as well, and nutrition and Ayurveda massages. I've always promoted ethal, that we just need to take care of ourselves, save other people's lives, and also for gratitude of all the key workers who are working out, so bravely and risking their lives for our loved ones and our community. Yeah. Thank you very much. They can get in touch with me either through, if you want me to give that information, is that okay? Yeah, please. I'll definitely. Yeah, please. Yeah. So you can get me with manjeetkaur51@yahoo.co.uk, or you can see my website manjeetkaur-vitality.co.uk, or you can find me on Messenger or Facebook. But I need to heartily thank you for giving me this opportunity. I hope that some information will be used by our lovely listeners and viewers, and they will be able to change their life and be able to live healthier for this time. But this is not only for this time, this is for years to come. Future as well. So Dr. Sahab, ਤੁਹਾਡਾ ਬਹੁਤ ਧੰਨਵਾਦ. Thank you very much. So ਆਪਣੇ ਦਰਸ਼ਕਾਂ ਤੋਂ ਹੁਣ ਅਸੀਂ ਇਜਾਜ਼ਤ ਲਵਾਂਗੇ ਅੱਜ ਦਾ ਇਹ ਪ੍ਰੋਗਰਾਮ ਦੇਖਣ ਦੇ ਲਈ ਔਰ ਅੱਗੇ ਚੱਲ ਕੇ ਅਸੀਂ ਹੋਰ ਪ੍ਰੋਗਰਾਮ ਇਸੇ ਤਰ੍ਹਾਂ ਡਾਕਟਰ ਸਾਹਿਬਾਂ ਦੇ ਨਾਲ ਅਸੀਂ ਅਰੇਂਜ ਕਰਾਂਗੇ. So thank you very much once again. ਧੰਨਵਾਦ ਜੀ. ਧੰਨਵਾਦ ਜੀ. ਸ਼ੁਕਰੀਆ. God bless you. Thank you ਜੀ. Thank you very much. Thank you.